गुरु रूप साध संगत जी, वाहिगुरु जी का खालसा वाहिगुरु जी की फतेह। प्रोग्राम गुरमत विचार विच आप जी का स्वागत है। साध संगत जी, इस प्रोग्राम विच असीं जिग्यासुआं वल्लों पुछे गए गुरमत संबंधी सवालों के जवाब पंथ के महान विद्वानां पासों दिवाउण दा यतन करते हाँ। तो अज इस प्रोग्राम विच साडे कोल पहुँचे हुए हैं ज्ञानी साहिब सिंह जी मारकंडे वाले। ज्ञानी जी, आप जी का चढ़दी कला टाइम टीवी के स्टूडियो में स्वागत है जी। वाहिगुरु जी का खालसा वाहिगुरु जी की फतेह। ज्ञानी जी, गुरमत संबंधी सवालों का सिलसिला जिन्हां दे पहले भी आप जी पिछले प्रोग्रामां विच जवाब देंदे हो, तो अज साडे कोल होर भी साडे जो गुरमत दे जिग्यासू है उन्होंने बहुत सारे सवाल पुछे हुए हैं। इन्हां विच एक सवाल है कि सज्जन सच्चा पातशाह सिर शाहां दे शाहो, जिस पास बैठिया सोही है सबना दा वेसाहो। इस दे विच किहड़े सज्जन दी गल कीती गई है ते ये किस दे उचारण कीते हुए शब्द हैं जी? शब्द गुरबाणी विचों हैं जी। और किहड़े पातशाह दी गल, ये उस वाहिगुरु अकाल पुरख दी गल है जी। सज्जन दा मतलब है वो श्रेष्ठ जन जिहड़ा सदा ही सब दा भला चाहुंदा जी। रही गल उचारण दी, क्योंकि दास ने 40 साल विद्यार्थियों नूं गुरबाणी व्याकरण पढ़ाई है जी। अज भी जदों गुरबाणी दी शब्द दी कथा करदा तां यतन हुंदा है भी थोड़ा थोड़ा ग्रैमर दा लगा मात्रां दा टच जिहड़ा है वो दिता जाए जी। ये ठीक है कि अज सिख जगत के अंदर जागृति तो बहुत आई है, पर कुछ ऐसे भी गुरमुख प्यारे हैं ਜਿਹੜੇ ਗੁਰਬਾਣੀ ਉੱਤੇ ਵਿਆਕਰਨ ਦੀ ਗੱਲ ਮੰਨਣ ਲਈ ਤਿਆਰ ਨਹੀਂ जी। ਕੁਝ ਮਾਤਰਾ ਹਨ ਜਿਹੜੀਆਂ ਉਚਾਰਨਾਤਮਕ ਹਨ, ਕੁਝ ਮਾਤਰਾ ਹਨ ਜਿਹੜੀਆਂ ਅਰਥਾਤਮਕ ਹਨ। ਉਚਾਰਨਾਤਮਕ ਮਾਤਰਾ ਨੂੰ ਅਸੀਂ ਛੱਡ ਨਹੀਂ ਸਕਦੇ, ਅਰਥਾਤਮਕ ਜਿਹੜੀਆਂ ਨੇ ਉਹਨਾਂ ਨੂੰ ਉਚਾਰਨ ਨਹੀਂ ਕਰ ਸਕਦੇ जी। ਤੇ ਮੈਂ ਵਿਚਲਾ ਇੱਕ ਰਸਤਾ ਅਪਣਾਇਆ ਕਿ ਜੇ ਉਚਾਰਨ ਕਰਨਾ ਵੀ ਹੈ ਤਾਂ ਲਘੂ ਮਾਤਰਾ ਤੇ ਗੁਰੂ ਮਾਤਰਾ ਦਾ ਫਰਕ ਜ਼ਰੂਰ ਰੱਖਿਆ ਜਾਏ। जी। ਲਘੂ ਮਾਤਰਾ ਛੋਟੀ ਮਾਤਰਾ ਨੂੰ ਕਹਿੰਦੇ ਨੇ, ਗੁਰੂ ਮਾਤਰਾ ਵੱਡੀ ਮਾਤਰਾ ਨੂੰ ਕਹਿੰਦੇ ਨੇ। जी। ਇੱਥੇ ਜੋ ਸੱਜਣ ਸੱਚਾ ਪਾਤਸ਼ਾਹ जी। ਇਹਦੇ ਹਾਹੇ ਨੂੰ ਔਂਕੜ ਹੈ जी। ਇਹ ਨਾਉਨ ਪੁਲਿੰਗ ਇੱਕ ਵਚਨ ਵਾਸਤੇ। जी। ਇੱਥੇ ਤੇ ਸਾਰੇ ਗੁਰਮੁਖ ਪਿਆਰੇ ਪਾਤਸ਼ਾਹ ਹੀ ਪੜ੍ਹਦੇ ਨੇ, जी। ਪਰ ਜਦੋਂ ਸਿਰ ਸ਼ਾਹਾਂ ਦਾ ਸ਼ਾਹ ਹੋ ਉੱਥੇ ਲਘੂ ਨੂੰ गुरु। ਗੁਰੂ ਤੋਂ ਵੀ ਗੁਰੂ ਬਣਾ ਦਿੰਦੇ ਨੇ। जी। ਜਦੋਂ ਕਿ ਉਹ ਔਂਕੜ ਜਿਹੜਾ ਹੈ ਉਹ ਸਿਰਫ ਸ਼ਾਹ ਦੇ ਨਾਉਨ ਪੁਲਿੰਗ ਇੱਕ ਵਚਨ ਹੋਣ ਦਾ ਸੂਚਕ ਹੈ। जी। ਉਹਦਾ ਉਚਾਰਨ ਜੇ ਜ਼ਰੂਰ ਕਰਨਾ ਹੀ ਹੈ ਤਾਂ ਜਿਹੜਾ ਸ਼ਾਹ ਦਾ ਕੰਨਾ ਹੈ ਉਹਨੂੰ ਥੋੜਾ ਜਿਹਾ ਲਮਕਾ ਦਿਓ ਤੇ ਹਾਏ ਦਾ ਔਂਕੜ ਆਪੇ ਹੀ ਬੋਲਿਆ ਜਾਏਗਾ। जी। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ। ਤੋ ਇਹ ਔਂਕੜ ਜਿਹੜਾ ਹੈ ਇਹ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦੇ ਹਾਂ ਕਿ ਦੇਖੋ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਭਰੀਏ ਹੱਥ ਪੈਰ ਤਨ ਦੇ। ਜੀ। ਹੱਥ ਦੇ ਥੱਥੇ ਨੂੰ ਔਂਕੜ ਹੈ, ਪੈਰ ਦੇ ਰਾਲੇ ਨੂੰ ਔਂਕੜ ਹੈ, ਤਨ ਦੇ ਨੰਨੇ ਨੂੰ ਔਂਕੜ ਹੈ, ਪਰ ਕਦੇ ਕਿਸੇ ਨੇ ਉਹ ਔਂਕੜ ਬੁਲਾਉਣ ਦਾ ਯਤਨ ਨਹੀਂ ਕੀਤਾ। ਜਿਹੜੇ ਗ੍ਰਾਮਰ ਮੰਨਦੇ ਨੇ ਉਹ ਵੀ ਨਹੀਂ ਪੜ੍ਹਦੇ ਤੇ ਜਿਹੜੇ ਨਹੀਂ ਮੰਨਦੇ ਉਹ ਵੀ ਨਹੀਂ ਪੜ੍ਹਦੇ। ਜੀ। ਕਿਉਂ ਨਹੀਂ ਪੜ੍ਹਦੇ? ਕਿਉਂਕਿ ਉਹ ਹੱਥ ਥੱਥੇ ਨੂੰ ਔਂਕੜ ਉਹਦਾ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਜੀ। ਇਸੇ ਤਰ੍ਹਾਂ ਪੈਰ, ਇਸੇ ਤਰ੍ਹਾਂ ਤਨ, ਜੇ ਉਹਨੂੰ ਬੁਲਾਵਾਂਗੇ ਤੇ ਉਹ ਹੱਥੋਂ ਪੈਰੋਂ ਤਨੋਂ ਬਣ ਜਾਏਗਾ। ਕਵਿਤਾ ਦਾ ਰਿਦਮ, ਬਾਣੀ ਦਾ ਤੋਲ ਸਾਰਾ ਵਿਗੜ ਜਾਏਗਾ। ਅੱਗੇ ਦੇਹ ਹੈ, ਦੇਹ ਦਾ ਮਤਲਬ ਵੀ ਸਰੀਰ ਹੈ, ਪਰ ਦੇਹ ਦੇ ਹਾਏ ਨੂੰ ਔਂਕੜ ਨਹੀਂ ਹੈਗਾ ਕਿਉਂਕਿ ਦੇਹ ਇਸਤਰੀ ਲਿੰਗ ਹੈ। ਜਿਹੜਾ ਇਸਤਰੀ ਲਿੰਗ ਅੱਖਰ ਹੋਵੇਗਾ ਉਹਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਲੱਗੇਗਾ। ਜੀ। ਤੋ ਇਸ ਵਾਸਤੇ ਇਹਦੀ ਥੋੜੀ ਥੋੜੀ ਸੋਝੀ ਆਉਣੀ ਬੜੀ ਜ਼ਰੂਰੀ ਹੈ ਔਰ ਇਹ ਤਾਂ ਹੀ ਆ ਸਕਦੀ ਹੈ ਜੇ ਅੰਦਰੋਂ ਜਗਿਆਸਾ ਭੁੱਖ ਹੋਵੇ। ਬਾਕੀ ਸੱਜਣ ਤੇ ਸੱਚਾ ਪਾਤਸ਼ਾਹ ਉਸ ਅਕਾਲ ਪੁਰਖ ਲਈ। ਗਿਆਨੀ ਜੀ, ਸਾਡੇ ਕੋਲ ਇੱਕ ਹੋਰ ਵੀ ਇਸੇ ਤਰ੍ਹਾਂ ਦਾ ਹੀ ਸਵਾਲ ਆਇਆ ਹੈ
ਇਹ ਸਾਨੂੰ ਲਿਖਦੇ ਨੇ ਦੁਬਈ ਤੋਂ ਹਰਪ੍ਰੀਤ ਸਿੰਘ ਜੀ। ਕਹਿੰਦੇ ਹੈ ਕਿ ਮੂਲ ਮੰਤਰ ਕਿੱਥੋਂ ਤੱਕ ਹੈ, ਕਿਉਂਕਿ ਮੂਲ ਮੰਤਰ ਸੰਬੰਧੀ ਵਖਰੇਵੇਂ ਆ ਜਿਹੜੇ ਉਹ ਕਾਫੀ ਪਾਏ ਜਾਂਦੇ ਹੈ। ਕੋਈ ਕਹਿੰਦਾ ਹੈ ਇਹ ਨਾਨਕ ਹੋਸੀ ਵੀ ਸੱਚ ਤੱਕ ਹੈ, ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਨਹੀਂ ਇਹ ਗੁਰਪ੍ਰਸਾਦ ਤੱਕ ਹੈ। ਇਸ ਸੰਬੰਧ ਵਿੱਚ ਆਪ ਜੀ ਸੰਗਤਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ ਜੀ। ਜੇ ਤੇ ਜਗਿਆਸੂ ਦਾਸ ਦੀ ਪ੍ਰੇਰਨਾ ਮੰਨ ਕੇ ਗੁਟਕਾ ਸਾਹਿਬ ਆਪਣੇ ਸਾਹਮਣੇ ਰੱਖ ਲੈਣ ਜੀ ਤੇ ਬਹੁਤ ਚੰਗੀ ਤਰ੍ਹਾਂ ਤਸੱਲੀ ਬਖਸ਼ ਉੱਤਰ ਮਿਲ ਸਕਦਾ, ਕਿਉਂਕਿ ਗੁਰਪ੍ਰਸਾਦ ਜਿਹੜਾ ਹੈ ਉਹਦੇ ਅੱਗੇ ਦੋ ਡੰਡੇ ਲਾਏ ਗਏ ਜੀ। ਅੱਗੇ ਹੈ ਜਪ। ਜਪ ਦੇ ਪੱਪੇ ਨੂੰ ਔਂਕੜ ਵੀ ਹੈ ਔਰ ਜਪ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਹੋਇਆ, ਜਿਹਦਾ ਮਤਲਬ ਹੈ ਕਿ ਇਹ ਬਾਣੀ ਦਾ ਸਿਰਲੇਖ ਹੈ ਜੀ। ਇਹਦਾ ਉੱਪਰ ਜਾਂ ਅੱਗੇ ਨਾਲ ਸੰਬੰਧ ਨਹੀਂ। ਜਿਹੜੇ ਗੁਰਮੁਖ ਜਪ ਦੇ ਅਰਥ ਕਰਦੇ ਨੇ ਜਪਣਾ ਕਰ ਜੀ, ਉਹਨਾਂ ਨੂੰ ਇਹ ਪਤਾ ਨਹੀਂ ਕਿ ਜਿੱਥੇ ਜਪਣਾ ਕਰ ਦੀ ਗੱਲ ਹੈ ਉੱਥੇ ਪੱਪੇ ਨੂੰ ਸਿਆਰੀ ਲੱਗੀ ਹੋਈ ਹੈ ਜੀ। ਗੁਰਬਾਣੀ ਵਿੱਚ ਜਪ ਅੱਖਰ 3 ਰੂਪਾਂ ਵਿੱਚ ਆਉਂਦਾ ਹੈ ਜੀ। ਇੱਕ ਜਪ ਪੱਪੇ ਨੂੰ ਔਂਕੜ ਵਾਲਾ, ਇੱਕ ਜਪ ਪੱਪਾ ਮੁਕਤਾ, ਇੱਕ ਜਪ ਪੱਪੇ ਨੂੰ ਸਿਆਰੀ ਵਾਲਾ ਜੀ। ਇੱਥੇ ਜਿਹੜਾ ਜਪ ਹੈ ਉਹ ਪੱਪੇ ਨੂੰ ਔਂਕੜ ਵਾਲਾ ਹੈ ਤੇ ਉਹਦਾ ਮਤਲਬ ਹੈ ਬਾਣੀ ਦਾ ਨਾਮ। ਇਸੇ ਬਾਣੀ ਵਿੱਚ ਅੱਗੇ ਜਾ ਕੇ ਅਸੰਖ ਜਪ ਅਸੰਖ ਭਾਵ ਆਉਂਦਾ, ਉੱਥੇ ਪੱਪਾ ਮੁਕਤਾ ਹੈ ਕਿਉਂਕਿ ਨਾਲ ਅਸੰਖ ਆ ਗਿਆ ਜੀ। ਪਰ ਜਦੋਂ ਗੁਰਬਾਣੀ ਵਿੱਚ ਜਪਣ ਦੀ ਗੱਲ ਆਉਂਦੀ ਹੈ, ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆ, ਉੱਥੇ ਜਪ ਦੇ ਪੱਪੇ ਨੂੰ ਸਿਆਰੀ ਲੱਗੀ ਹੋਈ ਜੀ। ਤੋ ਇੱਕ ਤਾਂ ਇਹ ਗੱਲ ਸਾਨੂੰ ਸਮਝ ਕੇ ਤੁਰਨਾ ਚਾਹੀਦਾ ਜੀ। ਅੱਗੇ ਹੈ ਸ਼ਲੋਕ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਉਹਦੇ ਅੱਗੇ ਇੱਕ ਲੱਗਾ ਹੋਇਆ ਜੀ। ਇਹ ਜਿਹੜਾ ਇੱਕ ਹੈ ਇਹ ਇਸ ਗੱਲ ਦਾ ਸੂਚਕ ਹੈ ਕਿ ਇਹ ਗੁਰਪ੍ਰਸਾਦ ਤੋਂ ਬਾਅਦ ਜਪ ਔਰ ਇਹ ਸ਼ਲੋਕ ਇੱਕ ਹੋਣਾ ਹੋਇਆ ਜੀ। ਇਦੋਂ ਬਾਅਦ ਫਿਰ ਜਪਜੀ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ, ਜਿਹਦੇ ਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜਦੋਂ ਪਹਿਲੀ ਪੌੜੀ ਸੰਪੂਰਨ ਹੁੰਦੀ ਹੈ ਫਿਰ ਇੱਕ ਲੱਗਾ ਹੋਇਆ। ਜੇ ਇਹ ਮੂਲ ਮੰਤਰ ਇੱਥੇ ਤੱਕ ਹੁੰਦਾ ਤੇ ਫਿਰ ਅੱਗੇ 2 ਆਉਣਾ ਚਾਹੀਦਾ ਸੀ। ਤੋ ਇਹ ਕੁਝ ਗੱਲਾਂ ਬੜੇ ਧੀਰਜ ਨਾਲ ਵਿਚਾਰਨ ਵਾਲੀਆਂ ਨੇ। ਕੁਦਰਤੀ ਭਾਈ ਬੰਨੋ ਜੀ ਦੀ, ਜਿਹਨੂੰ ਬੀੜ ਕਿਹਾ ਜਾਂਦਾ ਹੈ, ਅਸੀਂ ਤੇ ਗਲਤੀ ਨਾਲ ਉਹਨੂੰ ਖਾਰੀ ਬੀੜ ਵੀ ਕਹਿੰਦੇ ਸੁਣਦੇ ਆਏ ਜੀ। ਪਰ ਜਦੋਂ ਉੱਥੇ ਜਾ ਕੇ ਸੱਜਣਾ ਬਜ਼ੁਰਗਾਂ ਨੂੰ ਮਿਲੇ, ਉਹਨਾਂ ਨੇ ਇੱਕ ਪੁਸਤਕ ਵੀ ਦਿੱਤੀ ਹੈ ਜਿਹਦੇ 'ਚ ਨਿਰਣਾ ਹੋਇਆ ਵੀ ਉਹ ਖਾਰੀ ਬੀੜ ਨਹੀਂ ਜੀ, ਉਹ ਖਾਰੇ ਵਾਲੀ ਬੀੜ ਹੈ, ਕਿਉਂਕਿ ਉਹ ਪਿੰਡ ਦਾ ਨਾਮ ਸੀ ਖਾਰਾ ਜੀ। ਉਹਦੇ ਲਈ ਕੁਝ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਆਉਂਦੀਆਂ ਰਹੀਆਂ ਕਿ ਜੀ ਇਸ ਬੀੜ ਦਾ ਗੁਰੂ ਅਰਜਨ ਸਾਹਿਬ ਨੇ ਪਾਠ ਕਰਨ ਤੋਂ ਮਨਾ ਕਰ ਦਿੱਤਾ। ਇਹ ਕਿੰਨੀ ਕੁ ਸੱਚਾਈ ਇਹਨਾਂ ਚੀਜ਼ਾਂ? ਬਿਲਕੁਲ ਗਲਤ ਹੈ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੱਥ ਦਾ ਲਿਖਿਆ ਹੋਇਆ ਮੂਲ ਮੰਤਰ ਮੌਜੂਦ ਹੈ। ਮੈਂ ਉਹੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਸੀ ਕਿ ਉੱਥੇ ਦਾਸ ਨੇ ਬੜੀ ਪ੍ਰਕਾਰ ਦਰਸ਼ਨ ਕੀਤੇ। ਉੱਥੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਉੱਤੇ ਦਸਖਤ ਕਹਿੰਦੇ ਨੇ ਜੀ, ਉਹ ਵੀ ਗੁਰਪ੍ਰਸਾਦ ਤੱਕ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਹਸਤ ਕਮਲਾਂ ਨਾਲ ਲਿਖਿਆ ਉਹ ਵੀ ਗੁਰਪ੍ਰਸਾਦ ਤੱਕ ਹੈ ਜੀ। ਇਸ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਜੀ। ਔਰ ਜਪ ਬਾਣੀ ਦਾ ਨਾਮ ਹੈ ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸ਼ਲੋਕ ਹੈ। ਪਰ ਅਸੀਂ ਕਿਸੇ ਨਾਲ ਬਹਿਸ ਵਬੈਸਾ ਨਹੀਂ ਕਰਨਾ ਜੀ, ਵਿਤੰਡਾਵਾਦ ਨਹੀਂ ਕਰਨਾ, ਬਲਕਿ ਵਿਚਾਰ ਨਾਲ ਸਮਝਣਾ ਹੈ। ਜੇ ਕੋਈ ਇਸ ਵਿਚਾਰ ਨੂੰ ਗੁਟਕਾ ਸਾਹਿਬ ਤੇ ਦੇਖ ਕੇ ਸਮਝ ਲਵੇ ਮੰਨ ਲਵੇ ਮੁਬਾਰਕ ਹੈ ਜੀ। ਪਰ ਜੇ ਕੋਈ ਆਂਦਾ ਵੀ ਉਸੇ ਵੀ ਸੱਚ ਤੱਕ ਪੜ੍ਹਨਾ, ਬਈ ਉਹਦੀ ਖੁਸ਼ੀ ਹੈ, ਬਾਣੀ ਪੜ੍ਹ ਰਿਹਾ ਪੜ੍ਹੀ ਜਾਏ ਜੀ। ਪਰ ਗੱਲ ਗ੍ਰਾਮੈਟਿਕਲੀ ਜਿਹੜੀ ਹੈ ਉਹ ਇਹ ਹੈ। ਇੱਕ ਹੋਰ ਵੀ ਗਿਆਨੀ ਜੀ ਸਾਡੇ ਕੋਲ ਇਸੇ ਦੇ ਨਾਲ ਮਿਲਦਾ ਜੁਲਦਾ ਕੁਐਸਚਨ ਹੈ ਜਿਹੜਾ ਬਟਾਲੇ ਤੋਂ ਭੇਜਿਆ ਹੋਇਆ ਹੈ ਹਰਨਾਮ ਸਿੰਘ ਜੀ ਹੁਣਾਂ ਨੇ। ਇਹ ਪੁੱਛਦੇ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸਮੇਂ ਰਹਿਰਾਸ ਸਾਹਿਬ ਦਾ ਸਰੂਪ ਕੀ ਸੀਗਾ ਜੀ? ਉਹ ਸਾਨੂੰ ਉੱਥੋਂ ਸੇਧ ਮਿਲਦੀ ਹੈ ਕਿ ਸੋਦਰ ਦੀ ਬਾਣੀ ਜਿੱਥੋਂ ਆਰੰਭ ਹੁੰਦੀ ਹੈ ਜੀ, ਉਹ ਸਿਰਲੇਖ ਥੱਲੇ 9 ਸ਼ਬਦ ਆਉਂਦੇ ਨੇ ਜੀ। ਔਰ ਉਸੇ ਤੋਂ ਸੇਧ ਲੈ ਕੇ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਤੋਂ ਛਾਪੀ ਹੋਈ
ਫਰੀ ਭੇਟਾ ਰਹਿਤ ਦਿੱਤੀ ਜਾਂਦੀ ਹੈ ਗੁਰਸਿੱਖਾਂ ਨੂੰ। ਜੀ ਭਲੇ ਲੋਕ ਉਸ ਦਾ ਅਧਿਐਨ ਨਹੀਂ ਕਰਦੇ, ਪੜ੍ਹਦੇ ਨਹੀਂ, ਉਹ ਤੇ ਅਮਲ ਨਹੀਂ ਕਰਦੇ, ਇਹ ਵੱਖਰੀ ਗੱਲ ਹੈ। ਜੀ ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਹੀ ਸੋਦਰ ਬਾਣੀ ਦਾ ਆਰੰਭ ਸੋਦਰ ਰਾਗ ਆਸਾ ਮਹਿਲਾ ਪਹਿਲਾ ਤੋਂ ਲਿਆ ਜਾਂਦਾ। ਜੀ ਇਸ ਲਈ ਸਾਨੂੰ ਅਗਵਾਈ ਮਿਲਦੀ ਹੈ। ਹਾਂ, ਜੇ ਕੋਈ ਬਾਣੀ ਵੱਧ ਪੜ੍ਹਨੀ ਚਾਹੇ ਮੁਬਾਰਕ ਹੈ, ਪਰ ਸਾਨੂੰ ਪੰਥ ਵਿੱਚ ਇਕਸਾਰਤਾ ਲਈ ਸੋਦਰ ਤੋਂ ਹੀ ਰਹਿਰਾਸ ਸਾਹਿਬ ਦਾ ਆਰੰਭ ਮੰਨਣਾ ਚਾਹੀਦਾ। ਜੀ ਇਸ ਦੇ ਨਾਲ ਹੀ ਗਿਆਨੀ ਜੀ ਇੱਕ ਕੁਐਸਚਨ ਸਾਡੇ ਕੋਲ ਪਹੁੰਚਿਆ ਹੋਇਆ ਹੈ ਦੁਬਈ ਤੋਂ। ਇਹ ਪੁੱਛ ਰਹੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਕਿ ਜੋ ਸਿੱਖ ਰਹਿਤ ਮਰਿਆਦਾ ਹੈ, ਇਹਦੀ ਸ਼ੁਰੂਆਤ ਕਦੋਂ ਤੇ ਕਿਸ ਤਰ੍ਹਾਂ ਹੋਈ, ਕਿਵੇਂ ਇਹ ਹੋਂਦ ਦੇ ਵਿੱਚ ਆਈ ਸਿੱਖ ਰਹਿਤ ਮਰਿਆਦਾ? ਦੇਖੋ, ਇਸ ਨੂੰ ਜੇ ਵਿਸਥਾਰ ਨਾਲ ਦੱਸਣਾ ਹੋਵੇ ਤੇ ਬਹੁਤ ਸਮਾਂ ਚਾਹੀਦਾ ਜੀ, ਕਿਉਂਕਿ ਅੱਜ ਦੇ ਮਨੁੱਖ ਦੀ ਇੱਕ ਪ੍ਰਵਿਰਤੀ ਬਣ ਗਈ ਹੈ ਕਿ ਉਹ ਜਿਸ ਸਥਿਤੀ ਵਿੱਚ ਜੀ ਰਿਹਾ ਹੈ ਉਹ ਪਿਛਾ ਨਹੀਂ ਜਾਂਦਾ, ਅਗਾਮੀ ਨਹੀਂ ਜਾਂਦਾ, ਉਹ ਮੌਜੂਦਾ ਸਮੇਂ ਵਿੱਚ ਹੀ ਘੁੰਮ ਰਿਹਾ। ਜੀ ਪਰ ਅਸੀਂ ਲੋਕ ਆਪਣੇ ਇਤਿਹਾਸ ਨੂੰ ਪੜ੍ਹਦੇ ਵਿਚਾਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਅੰਮ੍ਰਿਤ ਛਕ ਕੇ ਨਾਮ ਗੁਰਬਖਸ਼ ਸਿੰਘ ਸੀ ਪਰ ਪ੍ਰਚਲਿਤ ਹੋ ਗਿਆ ਬੰਦਾ ਸਿੰਘ ਬਹਾਦਰ, ਜੀ ਉਹਨਾਂ ਦੇ ਸਮੇਂ ਤੋਂ ਬਾਅਦ ਪੂਰਾ 100 ਸਾਲ ਜੀ ਸਿੱਖ ਕੌਮ ਆਪਣੇ ਘਰਾਂ ਵਿੱਚ ਨਹੀਂ ਰਹੀ, ਜੰਗਲਾਂ ਵਿੱਚ, ਘੋੜਿਆਂ ਦੀਆਂ ਕਾਠੀਆਂ ਤੇ। ਪਰ ਅੱਜ ਦੇ ਬੱਚਿਆਂ ਨੂੰ ਇਹ ਦੱਸਣ ਲਈ ਬੜੀ ਮਿਹਨਤ ਕਰਨੀ ਪਏਗੀ। ਜੀ ਉਹਨਾਂ ਸਮਿਆਂ ਵਿੱਚ ਸਾਡੇ ਗੁਰ ਅਸਥਾਨਾਂ ਦੀ ਸੰਭਾਲ ਜਾਂ ਉਦਾਸੀ ਸਾਧੂਆਂ ਨੇ ਕੀਤੀ ਜਾਂ ਨਿਰਮਲਿਆਂ ਨੇ ਕੀਤੀ। ਜੀ ਉਹਨਾਂ ਦੀ ਮਜਬੂਰੀ ਸੀ ਕਿ ਜਿਸ ਸਮਾਜ ਵਿੱਚ ਉਹ ਰਹਿੰਦੇ ਸਨ, ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਰਲਵੀਆਂ ਮਿਲਵੀਆਂ ਮਰਿਆਦਾ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ ਕਈ ਕੁਝ ਮਿਲਗੋਬਾ ਹੋ ਗਿਆ। ਜੀ ਈਵਨ ਅਸੀਂ ਤਾਂ ਇਹ ਵੀ ਪੜ੍ਹਿਆ ਸੁਣਿਆ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦਰਬਾਰ ਸਾਹਿਬ ਦੇ ਅੰਦਰ ਜੀ ਅਨੇਕਾਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਨ। ਇੱਕ ਮਾਤਾ ਘਰੋਂ ਤੁਰਦੀ ਸੀ ਟੋਕਰੀ ਲੈ ਕੇ, ਆਂਦੀ ਮੈਂ ਦਰਬਾਰ ਸਾਹਿਬ ਚੱਲੀ ਹਾਂ, ਪਰ ਉਹ ਸਾਰੀਆਂ ਮੂਰਤੀਆਂ ਨੂੰ ਮੱਥਾ ਟੇਕਾਉਂਦੀ ਸੀ। ਸਿੰਘ ਸਭਾ ਲਹਿਰ ਨੇ ਮਹਿਸੂਸ ਕੀਤਾ ਵੀ ਇਹ ਤੇ ਸਾਰਾ ਕੁਝ ਰਲਗੱਡ ਹੋ ਗਿਆ। ਉਹਨਾਂ ਨੇ ਪ੍ਰਚਾਰ ਵੀ ਕੀਤਾ, ਸੁਧਾਰ ਵੀ ਕੀਤਾ। ਜੀ ਇਹ ਜਦੋਂ ਤੀਕਰ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਰਿਹਾ, ਉਦੋਂ ਤੀਕਰ ਉਹਨਾਂ ਦੀ ਮਨ ਮਰਜ਼ੀ ਦੀ ਮਰਿਆਦਾ ਚੱਲਦੀ ਰਹੀ। ਜੀ ਆਰਤੀਆਂ ਵੀ ਹੁੰਦੀਆਂ ਰਹੀਆਂ, ਟਲੀਆਂ ਵੀ ਖੜਕਾਈਆਂ ਜਾਂਦੀਆਂ, ਤਿਲਕ ਵੀ ਲਾਏ ਜਾਂਦੇ, ਜਿਹਦਾ ਰਹਿੰਦ ਖੂੰਦ ਅੱਜ ਵੀ ਸਾਡੇ ਵਿੱਚ ਹੈ। ਪਰ ਉਸ ਸਮੇਂ ਦੇ ਜਿਹੜੇ ਮੁਖੀ ਸਿੱਖ ਸਨ, ਉਹਨਾਂ ਨੇ ਵਿਚਾਰ ਕੇ 1920 ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਹਨਾਂ ਨੇ ਇਹ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ। ਜੀ ਜੇ ਕਦੇ ਉਸਦੇ 2-3 ਪੰਨੇ ਪਹਿਲੇ ਪੜ੍ਹ ਲਏ ਜਾਣ, ਉਹਦੇ ਵਿੱਚ ਪੰਥ ਦੀ ਕੋਈ ਐਸੀ ਹਸਤੀ ਨਹੀਂ ਜਿਹੜੀ ਸ਼ਾਮਲ ਨਹੀਂ ਹੋਈ। ਜੀ ਉਹਦੇ 'ਚ ਨਿਰਮਲੇ ਵੀ ਸ਼ਾਮਲ ਹੋਏ, ਉਹਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਸ਼ਾਮਲ ਹੋਏ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੀ ਸ਼ਾਮਲ ਹੋਏ, ਸਭ ਵਿਦਵਾਨ ਸ਼ਾਮਲ ਹੋਏ। ਔਰ ਉਹਨਾਂ ਨੇ ਰਿੜਕ ਕੇ ਸਿੱਖੀ ਦੀ ਵਿਚਾਰਧਾਰਾ ਨੂੰ ਵਿਲੱਖਣ ਰੱਖਣ ਵਾਸਤੇ ਇਹ ਸਿੱਖ ਰਹਿਤ ਮਰਿਆਦਾ ਬਣਾਈ। ਜੀ ਖਰੜੇ ਭੇਜੇ ਪਹਿਲਾਂ ਵੀ ਇਹਦੇ ਤੇ ਸਾਨੂੰ ਆਪਣੀਆਂ ਰਾਵਾਂ ਦਿਓ। ਜੀ ਅੱਜ ਜਿਹੜੇ ਵਿਰੋਧੀ ਭਾਵ ਰੱਖਣ, ਉਹਦੀ ਤੇ ਖਰੜਾ ਹੈ। ਖਰੜੇ ਦਾ ਮਤਲਬ ਹੁੰਦਾ ਪ੍ਰਵਾਨਗੀ ਤੋਂ ਪਹਿਲਾਂ ਜਿਹੜੀ ਚੀਜ਼ ਭੇਜੀ ਜਾਏ ਉਹ ਖਰੜਾ। ਜੀ ਫਿਰ ਉਹ 1-2 ਵਾਰੀ ਸਾਰੇ ਪੰਥ ਵਿੱਚ ਸਰਕੂਲਰ ਭੇਜ ਕੇ ਸਭ ਦੀਆਂ ਰਾਵਾਂ ਲਈਆਂ ਗਈਆਂ, ਫਿਰ ਉਹਨੂੰ ਜਿਹੜਾ ਮੁਕੰਮਲ ਰੂਪ ਦਿੱਤਾ, ਉਹ ਅੱਜ ਸਿੱਖ ਰਹਿਤ ਮਰਿਆਦਾ ਦੇ ਰੂਪ ਵਿੱਚ ਸਾਡੇ ਪਾਸ ਮੌਜੂਦ ਹੈ। ਜੀ ਹਰ ਸਿੱਖ ਨੂੰ ਚਾਹੀਦਾ ਵੀ ਆਪਣੇ ਘਰ ਵਿੱਚ ਸਿੱਖ ਰਹਿਤ ਮਰਿਆਦਾ ਦੀ ਕਾਪੀ ਰੱਖੇ, ਉਹਨੂੰ ਪੜ੍ਹੇ ਔਰ ਆਪਣੇ ਘਰ ਦੇ ਅੰਦਰ ਜਿਤਨੇ ਵੀ ਕਾਰਜ ਹੁੰਦੇ ਨੇ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਕਰੇ। ਜੀ ਤੋ ਆਰੰਭ ਇਹਦਾ ਇਸ ਤਰ੍ਹਾਂ ਹੋਇਆ ਤੇ ਅੱਜ ਹੁਣ ਪ੍ਰਚਲਿਤ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨੂੰ ਅਕਾਲੀਆਂ ਦੀ ਮਰਿਆਦਾ ਕਹਿ ਕੇ, ਸ਼੍ਰੋਮਣੀ ਕਮੇਟੀ ਦੀ ਮਰਿਆਦਾ ਕਹਿ, ਕੁਝ ਕਹਿ ਕੇ ਵੱਖ-ਵੱਖ ਅਸੀਂ ਮਰਿਆਦਾਵਾਂ ਵਿੱਚ ਵੰਡੇ ਹੋਏ ਹਾਂ। ਤੇ ਉਹਦਾ ਨਤੀਜਾ ਹੈ ਕਿ ਲੋਕ ਸਾਡੇ ਤੇ ਟੀਸਾਂ ਵੀ ਕਰਦੇ ਨੇ, ਇਹ ਠੀਕ ਹੈ ਕਿ ਇਹ ਠੀਕ ਹੈ। ਪਰ ਜੇ ਅਸੀਂ ਉਸ ਸਿੱਖ ਰਹਿਤ ਮਰਿਆਦਾ ਨੂੰ ਮੰਨ ਲਈਏ, ਸਾਰੇ ਮਸਲੇ ਹੱਲ ਹੋ ਜਾਣ। ਜੀ ਇਹ ਦਲਬੀਰ ਕੌਰ ਜੀ ਵੈਨਕੂਵਰ ਤੋਂ ਲਿਖਦੇ ਨੇ ਕਿ
मैं अमृत छकना चाਹੁੰਦੀ ਹਾਂ, केस मैं रखे हुए ने, पर मैं अमृत की रहत नहीं रख पावांगी। कि अमृत की रहत इन्नी औखी है कि कोई बंदा इस नूं निभा ही ना पावे, जां ये सिर्फ कुछ साडे अंदर वहम भरम भुलेखे है कि जिहड़े करके असीं डर जांदे हां कि अमृत छक लिया ते ਇਹ ਅਸੀਂ नहीं कर पावांगे। की है जी, इस बारे तुसीं दसो। पहली गल तां है कि जिहड़ा ये कहना है कि मैं अमृत नहीं रख पावांगी, ये गल ही गलत है जी। मैं इसनूं हमेशा इस तरह डिफाइन करदा, समझाउणा जी भी अमृत नूं तुसीं नहीं रखना, अमृत ने तुहानूं रखना है जी। ये पहला बुनियादी जिहड़ा सवाल है, इहनूं जद तक असीं हल नहीं करते। जी अमृत रखना की है कि जो पंज प्यारिਆਂ ने सानू रहतां ते कुरैतां दसियां ने, उन्हां ते पहरा देना है। जी और पहरा देण दे नाल असीं एक डिसिपलिन विच आ जांदे हां, जी असीं इस मर्यादा विच आ जांदे हां। और अमृत सानू हर भैड़े पासे जाण तो रखदा है, जी रोकदा है, साडी रखवाली करदा है। जी जे साडे अंदर एहसास हो जाए मैं गुरु दा कड़ा पाया होया, मेरा हथ किसे दा धन क्यों चुरावे, जी मेरा हथ किसे दी चीज नूं क्यों खोवे या किसे ते जुल्म क्यों करे। इसे तरह जितने पंज ककार ने वो सानू एहसास कराउंदे ने। देखो एक फौजी है साडा ही भरा है, जी पर ओदी जिहड़ी यूनीफार्म है वो साडे तो ओनू नखेड़दी है। जी जे कोई फौजी होके देश के उल्ट काम करे तो लोग कहते भी ये कहदा फौजी है। जी इसे तरह जे कोई पुलिसमैन होके जिहदी ड्यूटी है कि उसने लोगों की इज्जत माल की राखी करनी है, वो चोरी करे या वो कोई ऐसा काम करे तो लोग गुलाम। असल विच गुरु पातशाह ने सानू ये ऐसी यूनीफार्म ऐसी रहनी दिती है जिहदे नाल असीं पाबंद हुंदे हां। जी ये तो सवाल ही बुनियादी तौर पर गलत है कि मेरे को अमृत नहीं रखा जाना। अमृत ने मैनू रखना है, अमृत ने मैनू हर पैसे पहले पासे जान तो बचाना है, अमृत ने मैनू एहसास कराना है कि तू गुरु वाला है, तू नहीं गलत पासे जा सकता। जी तो इसलिए मैं बीबी जी नू प्रेरणा करांगा वो जरूर अमृत छकन और कमाई करन। जी भाव पंज प्यारिਆਂ ਦੀ ਸਿੱਖਿਆ ਤੇ ਚੱਲਣ। फिर अज होर कल होर रंग लागत 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 है, पै भागत 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 है, उन्होंने दे जीवन में चढ़ती कला आ जाएगी। तन का सिख होना ज़्यादा जरूरी है ਜਾਂ मन का सिख होना भी जरूरी है? तन ते मन की सिੱਖੀ ਦੇ ਸੰਬੰਧੀ शायद इन्हां दे कहण ਦਾ ਭਾਵ ਮੈਨੂੰ ਐਵੇਂ ਲੱਗਦਾ ਹੈ कि जिस तरह आम लोग कह देंगे ਅਸੀਂ ਉੱਪਰੋਂ ਬਾਹਰੋਂ ਨਹੀਂ ਸਿੱਖੀ ਦਾ ਵਿਖਾਵਾ ਕਰਦੇ, ਅਸੀਂ ਮਨ ਅੰਦਰੋਂ ਸਿੱਖ ਹੈ। ਇਹ ਭਾਵਨਾ ਇਸ ਤਰ੍ਹਾਂ ਦੀ ਕੁਝ ਝਲਕਦੀ ਹੈ। ਤਨ ਤੇ ਮਨ ਦੀ ਸਿੱਖੀ ਦੇ ਸੰਬੰਧ ਵਿੱਚ ਆਪ ਜੀ ਕੀ ਕਹਿਣਾ ਚਾਹੋਗੇ ਜੀ? देखो ये सब चतुराइयां ते चलाकियां दी गल क्षमा करना, मैं किसी ते कटाक्ष नहीं करता जी। ਇਹਦੇ 'ਚ कोई शक नहीं कि मन मन्नेगा ते फिर असीं बाहरों भी ਉਹੋ ਜਿਹੇ बनांगे जी। पर बाणी 'ਚ लिखिया ਪਹਿਲੋਂ ਦੇ जड़ अंदर जम्मे ਉੱਪਰ ਹੋਵੇ ਛਾਂ। जी जे सिक्खी अंदर है तो बाहर भी प्रगट होनी चाहिए है। जी। पता किमें लगेगा? ਕਹਿੰਦੇ ਆ ਕਿ ਜਿਸ ਰੁੱਖ ਦੀਆਂ ਜੜਾਂ ਹਰੀਆਂ ਹੋ ਜਾਂਦੀਆਂ ਉੱਤੇ ਫੁੱਲ ਪੱਤੀਆਂ ਆਪਣੇ ਆਪ ਹੀ ਆ ਜਾਂਦੇ ਆ, ਤੇ ਜਦੋਂ ਤਾਈਂ ਉਹਦੀਆਂ ਜੜਾਂ ਹੀ ਹਰੀਆਂ ਨਹੀਂ ਹੈ ਉੱਪਰ ਫੁੱਲ ਪੱਤੀਆਂ ਦੀ ਆਸ ਨਹੀਂ, ਤੇ ਜੇ ਕਿਤੇ ਉਹ ਫੁੱਲ ਪੱਤੀਆਂ ਉੱਪਰ ਹੋਈਆਂ ਵੀ ਅੰਦਰੋਂ ਜੜਾਂ ਸੁੱਕ ਗਈਆਂ ਤੇ ਉਹ ਫੁੱਲ ਪੱਤੀਆਂ ਵੀ ਸੁੱਕ ਜਾਣੇ ਆ। ਇਸੇ ਤਰ੍ਹਾਂ ਜੇ ਮਨ ਦੇ ਅੰਦਰ ਸਿੱਖੀ ਨਹੀਂ ਹੈ ਤੇ ਬਾਹਰਲੀ ਸਿੱਖੀ ਵੀ ਪਤਾ ਨਹੀਂ ਕਦ ਉੱਡ ਜਾਏਗੀ, ਤੇ ਜੇ ਮਨ ਦੇ ਅੰਦਰ ਸਿੱਖੀ ਆ ਗਈ ਤੇ ਫਿਰ ਬੰਦਾ ਬਾਹਰੋਂ ਵੀ ਸਿੱਖ ਬਣ ਜਾਏਗਾ। ਤੇ ਗਿਆਨੀ ਜੀ ਇੱਥੇ ਇੱਕ ਹੋਰ ਪ੍ਰਸ਼ਨ ਮੇਰੇ ਕੋਲ ਆਇਆ ਹੋਇਆ ਹੈ। ਇਹ ਪ੍ਰਸ਼ਨ ਭੇਜਿਆ ਹੈ ਤਰਨ ਤਾਰਨ ਤੋਂ ਸ਼ਰਨਜੀਤ ਨੇ। ਇਹ ਕਹਿੰਦੇ ਨੇ ਕਿ ਕੀ ਕਾਰਨ ਸੀ ਜਦ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਤਾਂ ਵੱਧ ਤੋਂ ਵੱਧ ਲੋਕ ਸਿੱਖ ਬਣਦੇ ਸੀ, ਤੇ ਅੱਜ ਜਦ ਸਿੱਖਾਂ ਨੂੰ ਸਰਦਾਰੀਆਂ ਮਿਲੀਆਂ ਤੇ ਸਿੱਖੀ ਛੱਡਣ ਲੱਗ ਗਏ। ਇਸ ਸੰਬੰਧ ਵਿੱਚ ਆਪ ਜੀ ਕੀ ਕਹਿਣਾ ਚਾਹੋਗੇ? ਇਹ ਮਜ਼ਮੂਨ ਤੇ ਸਵਾਲ ਤੇ ਬੜਾ ਡੂੰਘਾ ਹੈ, ਕਿਉਂਕਿ ਹਮੇਸ਼ਾ ਕੌਮ ਦੇ ਆਗੂਆਂ ਤੇ ਲੀਡਰਾਂ ਨੂੰ ਦੇਖ ਕੇ ਜੀ ਪਿੱਛੇ ਲੱਗਣ ਵਾਲਿਆਂ ਦੇ ਜੀਵਨ ਤੇ ਪ੍ਰਭਾਵ ਪੈਂਦਾ ਜੀ। ਤੇ ਜਦੋਂ ਕੌਮ ਦੇ ਅੱਗੇ ਲੱਗ ਕੇ ਤੁਰਨ ਵਾਲੇ ਜਿਹੜੇ ਨੇ ਉਹਨਾਂ ਵਿੱਚ ਢਿਲਾਈਆਂ ਤੇ ਕਮਜ਼ੋਰੀਆਂ ਆਉਂਦੀਆਂ ਨੇ ਤਾਂ ਲੋਕ ਸਹਿਜੇ ਸਹਿਜੇ, ਕਿਉਂਕਿ ਮੇਰੀ ਉਮਰ ਇਸ ਵੇਲੇ 73 ਸਾਲ ਹੈ, ਜੀ
ਮੈਂ ਉਹ ਸਮਾਂ ਵੀ ਦੇਖਿਆ ਕਿ ਜਦੋਂ ਪੰਥ ਤੋਂ ਕੋਈ ਕਾਲ ਆਉਂਦੀ ਸੀ ਨਾ ਕਿ ਪੰਥ ਤੇ ਪੀੜਾ ਹੈ ਜੀ, ਤੇ ਸਾਡੀ 75% ਕੌਮ ਜਿਹੜੀ ਸੀ ਨਾ ਉਹ ਪੰਥ ਦਾ ਸੁਨੇਹਾ ਸੁਣ ਕੇ ਉਸ ਵੇਲੇ ਤੁਰ ਪੈਂਦੀ ਸੀ। ਕੁਰਬਾਨੀ ਦਾ ਜਜ਼ਬਾ ਕਾਇਮ ਸੀ। ਗੁਰੂ ਕੇ ਬਾਗ ਦਾ ਮੋਰਚਾ, ਹਾਂ। ਗੰਗਸਰ ਜੈਤੋ ਦਾ ਮੈਂ ਮੋਰਚਾ। 3 ਵਾਰੀ ਸੂਬੇ ਮੋਰਚੇ ਵਿੱਚ ਜੀ, ਜਦੋਂ ਸ੍ਰੀ ਹਰਿਮੰਦਰ ਸਾਹਿਬ ਤੇ ਕਬਜ਼ਾ ਹੋਇਆ ਜੀ। ਉਦੋਂ ਮਤਲਬ ਕਿ ਕੌਮ ਅੰਦਰ ਇਹ ਜਜ਼ਬਾ ਸੀ। ਪਰ ਅੱਜ ਲੀਡਰਾਂ ਨੇ ਉਹ ਸਿੱਖੀ ਸਪਿਰਿਟ ਨੂੰ ਜੀ, ਹੌਲੀ 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 ਇਸ ਤਰ੍ਹਾਂ ਡਿਮੋਰਲਾਈਜ਼ ਕੀਤਾ ਹੈ ਕਿ ਕੋਈ ਉਧਰ ਮੂੰਹ ਦੇਣ ਲਈ ਤਿਆਰ ਨਹੀਂ। ਔਰ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਇਸ ਗੱਲ ਤੋਂ ਬੜੀ ਦੁਖੀ ਹੈ ਕਿ ਸਾਡੇ ਆਗੂ ਜਿਹੜੇ ਨੇ ਉਹਨਾਂ ਦੇ ਜੀਵਨ ਦੀਆਂ ਢਲਿਆਈਆਂ, ਉਹਨਾਂ ਦਾ ਕੁਰਸੀਆਂ ਗੱਦੀਆਂ ਪ੍ਰਧਾਨਗੀਆਂ ਲਈ ਲੜਨਾ ਇਹ ਇੱਕ ਭੈੜੀ ਮਿਸਾਲ ਪੈਦਾ ਕਰ ਰਿਹਾ ਜੀ। ਔਰ ਸਿੱਖੀ ਤੇ ਅੱਜ ਵੀ ਉਵੇਂ ਹੀ ਪਰਪੱਕ ਹੈ। ਪਰ ਇਹ ਠੀਕ ਹੈ ਕਿ ਨੌਜਵਾਨਾਂ ਦਾ ਉਲਾਂਭਾ ਸੱਚਾ ਹੈ ਕਿਉਂਕਿ ਉਹਨਾਂ ਨੂੰ ਅੱਗੇ ਰੋਲ ਮਾਡਲ ਨਜ਼ਰ ਨਹੀਂ ਆਉਂਦੇ। ਜੀ, ਉਹ ਚਾਹੇ ਧਾਰਮਿਕ ਜੀਵਨ ਵਾਲਿਆਂ ਵਿੱਚ ਵੇਖ ਲਓ ਜੀ, ਤੇ ਚਾਹੇ ਰਾਜਨੀਤਿਕ ਵਾਲਿਆਂ ਵਿੱਚ ਵੇਖ ਲਓ, ਕਮੀ ਤੇ ਆਈ ਹੈ। ਇਸ ਲਈ ਸ਼ਰਨਜੀਤ ਜੀ ਦਾ ਸਵਾਲ 16 ਨੇ ਦਰੁਸਤ। ਜੀ। ਇੱਕ ਸਵਾਲ ਗਿਆਨੀ ਜੀ ਸਾਡੇ ਕੋਲ ਹੋਰ ਆਇਆ ਹੈ। ਇਹ ਸਵਾਲ ਸਾਨੂੰ ਬਟਾਲੇ ਤੋਂ ਭੇਜਿਆ ਹੈ ਸਤਬੀਰ ਸਿੰਘ ਨੇ। ਇਹ ਲਿਖਦੇ ਨੇ ਕਿ ਕੁਰਬਾਨੀ ਤੇ ਬਲੀ ਵਿੱਚ ਅੰਤਰ ਕੀ ਹੈ? ਕਿਉਂਕਿ ਅਸੀਂ ਵੀ ਕਈ ਵਾਰ ਕਈ ਜਗ੍ਹਾ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ, ਜਾਂ ਅਸੀਂ ਇਹ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿੱਚ ਕੁਰਬਾਨੀ ਦਿੱਤੀ। ਕੁਰਬਾਨੀ ਤੇ ਬਲੀਦਾਨ ਦੇ ਵਿਚਲਾ ਅੰਤਰ ਕੀ ਹੈ? ਅਸਲ ਵਿੱਚ ਕੁਝ ਅੱਖਰ ਜਿਹੜੇ ਨੇ ਉਹ ਵੀਰ ਜੀ ਸਾਡੇ ਵਿੱਚ ਜਿਵੇਂ ਆਂਦੇ ਨਾ ਵੀ ਰਲਗੱਡ ਹੋ ਜਾਂਦੀ। ਜੀ। ਬਲੀ ਸ਼ਬਦ ਜਿਹੜਾ ਹੈ ਇਹ ਹਿੰਦੂ ਫਿਲਾਸਫੀ ਵਿੱਚੋਂ ਆਇਆ। ਜੀ। ਬਲੀ ਜਿਹੜੀ ਹੈ ਉਹ ਹਮੇਸ਼ਾ ਕਿਸੇ ਸਵਾਰਥ ਵਾਸਤੇ ਦਿੱਤੀ ਜਾਂਦੀ। ਜੀ। ਜਿਵੇਂ ਕਾਲੀ ਮਾਈ ਨੂੰ ਬੱਕਰਾ ਚੜਾ ਦਿਓ, ਫਲਾਣੀ ਦੇਵੀ ਅੱਗੇ ਮੁਰਗੀਆਂ ਚੜਾ ਦਿਓ। ਜੀ। ਇਹ ਬਲੀ ਆਪ ਨਹੀਂ ਕੁਝ ਮਰਨਾ ਕਰਨਾ, ਕਿਸੇ ਜੀਵ ਨੂੰ ਬਲੀ ਦੇ ਕੇ ਤੇ ਦੇਵੀ ਦੀ ਖੁਸ਼ੀ ਲੈਣੀ। ਜੀ। ਇਹਦੇ ਪਿੱਛੇ ਕੋਈ ਨਾ ਕੋਈ ਸਵਾਰਥ ਹੈ। ਹਾਂਜੀ। ਪਰ ਜਿਹੜੀ ਕੁਰਬਾਨੀ ਹੈ ਜਿਹਨੂੰ ਅਸੀਂ ਸ਼ਹੀਦੀ ਕਹਿੰਦੇ ਹਾਂ, ਜੀ, ਔਰ ਸ਼ਹੀਦੀ ਜਿਹੜੀ ਹੈ ਉਹ ਸ਼ਹਾਦਤ ਹੈ। ਉਹਦੇ ਵਿੱਚ ਕੋਈ ਸਵਾਰਥ ਨਹੀਂ, ਕੋਈ ਨਿੱਜ ਦੀ ਗੱਲ ਨਹੀਂ। ਉਹ ਤੇ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋਟੀਏ। ਉਹ ਕੁਰਬਾਨੀ ਹੈ, ਉਹ ਸ਼ਹੀਦੀ ਹੈ। ਬਲੀ ਦੇਣ ਵਿੱਚ ਬਲੀ ਦੂਜੇ ਦੀ ਦਿੱਤੀ ਜਾਂਦੀ ਹੈ ਤੇ ਆਪਣੇ ਮਤਲਬ ਦੀ ਲਈ ਕੀਤੀ ਜਾਂਦੀ ਹੈ। ਕੁਰਬਾਨੀ ਉਹ ਹੈ ਜਿਹਦੇ 'ਚ ਕੋਈ ਸਵਾਰਥ ਨਹੀਂ, ਉਹ ਦੂਜਿਆਂ ਦੇ ਹਿੱਤ ਲਈ, ਦੂਜਿਆਂ ਦੇ ਭਲੇ ਲਈ ਆਪਣੇ ਆਪ ਨੂੰ ਨਿਛਾਵਰ ਕੀਤਾ ਜਾਂਦਾ। ਜੀ। ਉਹ ਇੱਕ ਪ੍ਰਸ਼ਨ ਹੋਰ ਮੇਰੇ ਕੋਲ ਹੈ ਗਿਆਨੀ ਜੀ। ਇਹ ਪ੍ਰਸ਼ਨ ਭੇਜਿਆ ਦੇਹਰਾਦੂਨ ਤੋਂ ਸਰਦਾਰ ਸਤਬੀਰ ਸਿੰਘ ਬਿੰਦਰਾ ਨੇ। ਇਹ ਲਿਖਦੇ ਨੇ ਕਿ ਗੁਰਦੁਆਰਾ ਤਰਨਤਾਰਨ ਸਾਹਿਬ, ਦਰਬਾਰ ਸਾਹਿਬ ਅਤੇ ਦੂਖ ਨਿਵਾਰਨ ਪਟਿਆਲੇ ਵਿੱਚ ਲੋਕ ਝਾੜੂ ਤੇ ਨਮਕ ਬਹੁਤ ਚੜਾਉਂਦੇ ਆ ਜਿਸ ਦਿਨ ਉੱਥੇ ਮੱਸਿਆ ਜਾਂ ਪੂਰਨਮਾਸ਼ੀ ਹੁੰਦੀ ਹੈ। ਤੇ ਇਹਦਾ ਕੀ ਗੁਰਦੁਆਰਿਆਂ ਵਿੱਚ ਝਾੜੂ ਜਾਂ ਨਮਕ ਚੜਾਉਣ ਦਾ ਕੋਈ ਧਾਰਮਿਕ ਬਿਰਤੀ ਤੋਂ ਮਹੱਤਵ ਹੈ ਜਾਂ ਇਹ ਲੋਕਾਂ ਦੀ ਪਰੰਪਰਾ ਹੈ? ਕਿਸ ਤਰ੍ਹਾਂ ਇਸ ਨੂੰ ਅਸੀਂ ਲੈ ਸਕਦੇ? ਜਿੱਥੇ ਤੀਕਰ ਮੈਨੂੰ ਸਮਝ ਆਉਂਦੀ ਹੈ ਜੀ, ਲੋਕਾਂ ਦੀ ਬਿਰਤੀ ਹੈ ਚਲਤੇ ਕੇ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ। ਬਹੁਤਾ ਕੁਝ ਤੇ ਭੇਡਾ ਚਾਲ ਨਾਲ ਕੀਤਾ ਜਾਂਦਾ। ਜੀ। ਉਹ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਗੁਰੂ ਕੇ ਸਿੱਖ ਨੂੰ ਆਪਣੀ 10 ਨੌਹਾਂ ਦੀ ਕਿਰਤ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਜਿਸ ਵਸਤੂ ਦੀ ਲੋੜ ਹੋਵੇ ਉਹਦੀ ਸੇਵਾ ਕਰਨੀ ਚਾਹੀਦੀ। ਲੰਗਰ ਵਿੱਚ ਰਸਤ ਪਹੁੰਚਾਓ, ਜੀ, ਆਟੇ ਦੇ ਰੂਪ ਵਿੱਚ ਪਹੁੰਚਾਓ, ਘਿਓ ਦੇ ਰੂਪ ਵਿੱਚ ਪਹੁੰਚਾਓ। ਸੇਵਾ ਲੋੜ ਹੈ ਤੇ ਝਾੜੂ ਦੀ ਕਰ ਦਿਓ, ਕੋਈ ਹਰਜ ਨਹੀਂ। ਜੀ। ਪਰ ਲੱਗਦਾ ਹੈ ਕਿਉਂਕਿ ਮੈਂ ਫੌਰਨ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਕੇ ਦੇਖਿਆ ਜੀ ਕਿ ਲੋਕ ਅੰਦਰੋਂ ਸਿੱਖ ਨਹੀਂ, ਜੀ, ਬਾਹਰੋਂ ਸਿੱਖੀ ਸਰੂਪ ਵਿੱਚ ਨੇ। ਜੀ। ਜਾਂਦੇ ਨੇ ਜੋਤਸ਼ੀਆਂ ਕੋਲ, ਜਾਂਦੇ ਨੇ ਪੁੱਛਾਂ ਵਾਲਿਆਂ ਕੋਲ, ਔਰ ਉਹ ਉਹਨਾਂ ਦਾ ਧਰਮ ਚਿਹਰਾ ਦੇਖ ਕੇ ਉਹਨਾਂ ਨੂੰ ਉਹੋ ਜਿਹੀ ਰਾਏ ਦੇ ਦਿੰਦੇ ਨੇ ਜੀ। ਬਈ ਤੁਸੀਂ ਆਹ ਕੰਮ ਕਰ ਦਿਓ। ਉਹ ਲੋਕ ਫਿਰ ਉਸ ਵਹਿਮ ਵਿੱਚ ਚੱਲੇ ਹੋਏ ਜੀ ਉਹ ਕਰੀ ਜਾ ਰਹੇ ਨੇ। ਬਾਕੀ ਗੁਰੂ ਘਰ ਵਿੱਚ ਇਸ ਤਰ੍ਹਾਂ ਕਿਸੇ ਝਾੜੂ ਦੀ ਵਿਸ਼ੇਸ਼ਤਾ ਜਾਂ ਲੂਣ ਦੀ ਵਿਸ਼ੇਸ਼ਤਾ ਮੈਂ ਤਾਂ ਇੱਥੇ ਤੱਕ ਦੇਖਿਆ ਵੀ ਕਈ ਲੋਕ ਮਾਂ ਦੀ ਦਾਲ ਵਿੱਚ ਕਿੱਲ ਪਾ ਕੇ ਵੀ ਦਿੰਦੇ ਨੇ। ਜੀ। ਆਖੇ ਜੀ ਸਾਡਾ ਜਿਹੜਾ ਭਾਰ ਹੈ ਉਹ ਟਲ ਜਾਏ। ਇਹ ਸਿਰਫ ਮਨਮਤ ਦੀਆਂ ਗੱਲਾਂ ਨੇ
ਗੁਰਮਤਿ ਵਿੱਚ ਇਹਨਾਂ ਗੱਲਾਂ ਦਾ ਕਿਧਰੇ ਰੰਚਕ ਮਾਤਰ ਵੀ ਜ਼ਿਕਰ ਨਹੀਂ ਹੈ। ਸਾਧ ਸੰਗਤ ਜੀ, ਆਪ ਜੀ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਗੁਰਮਤਿ ਵਿਚਾਰ ਦਾ, ਔਰ ਇਸ ਪ੍ਰੋਗਰਾਮ ਵਿੱਚ ਗੁਰਮਤਿ ਦੇ ਜਿਗਿਆਸੂਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਸਾਨੂੰ ਉੱਤਰ ਦੇ ਰਹੇ ਸਨ ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ। ਗਿਆਨੀ ਜੀ, ਆਪ ਜੀ ਸਾਡੇ ਇਸ ਪ੍ਰੋਗਰਾਮ ਵਿੱਚ ਆਏ, ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਸਾਧ ਸੰਗਤ ਜੀ, ਫਿਰ ਇਹ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਜੇਕਰ ਤੁਹਾਡੇ ਵੀ ਮਨ ਵਿੱਚ ਗੁਰਮਤਿ ਸੰਬੰਧੀ ਕੋਈ ਸਵਾਲ ਪੁੱਛਣ ਦੀ ਜਿਗਿਆਸਾ ਹੈ, ਜੇਕਰ ਤੁਸੀਂ ਵੀ ਆਪਣਾ ਕੋਈ ਸ਼ੰਕਾ ਨਿਵਰਤ ਕਰਨਾ ਚਾਹੁੰਦੇ ਹੋ, ਤਾਂ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਲਿਖੋ GB, ਫਿਰ ਆਪਣਾ ਨਾਮ ਤੇ ਪਤਾ, ਅਤੇ ਉਸ ਤੋਂ ਬਾਅਦ ਆਪਣਾ ਲਿਖ ਕੇ ਸਵਾਲ ਸਾਨੂੰ ਭੇਜ ਦੇਵੋ ਸਾਡੇ ਨੰਬਰ 5424 254 ਤੇ। ਅਸੀਂ ਇਸੇ ਤਰ੍ਹਾਂ ਹੀ ਆਪ ਜੀ ਦੇ ਉਹਨਾਂ ਸਵਾਲਾਂ ਦੇ ਜਵਾਬ ਗੁਰਮਤਿ ਦੇ ਵਿਦਵਾਨਾਂ ਪਾਸੋਂ ਆਪ ਜੀ ਨੂੰ ਦਿਵਾਉਣ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।